ਪੰਜਾਂ ਦਰਿਆਵਾਂ ਦੀ ਧਰਤੀ ਤੇ ਇੱਕ ਦਰਿਆ ਹੈ ਬਿਆਸ, ਜਿਸ ਦੀ ਇੱਕ ਸਹਾਇਕ ਧਾਰਾ ਕਾਲੀ ਵੇਈਂ। ਇਹ ਨਦੀ ਜਿਉਂ-ਜਿਉਂ ਹੁਸ਼ਿਆਰਪੁਰ ਦੇ ਪਨਿਆਲ ਤੋਂ ਲੰਘਦੀ ਹੈ, ਆਪਣੀ ਕਾਲੀ ਮਿੱਟੀ ਨਾਲ ਇਤਿਹਾਸ ਤੇ ਬੇਅੰਤ ਰਾਜ ਖੋਲ੍ਹਦੀ ਜਾਂਦੀ ਹੈ। ਸਿੰਧੂ ਘਾਟੀ ਤੋਂ ਵੈਦਿਕ ਕਾਲ ਤੱਕ ਇੱਥੇ ਬਸਿਆ ਇੱਕ ਨਗਰ ਤਮਸਾਵਨ, ਜਿਸ ਦਾ ਅਰਥ ਸੀ ਕਾਲਾ ਜੰਗਲ। ਕਦੇ ਬੋਧੀ ਧਰਮ ਦਾ ਕੇਂਦਰ, ਕਦੇ ਮੁਗਲ ਸ਼ਹਿਜ਼ਾਦਿਆਂ ਦਾ ਵਿਦਿਆ ਅਧਿਆਨ ਸਥਾਨ, ਤੇ ਫਿਰ ਗੁਰੂ ਨਾਨਕ ਦੇਵ ਜੀ ਦਾ ਨੂਰੀ ਦਰ। ਇਹ ਹੈ ਸੁਲਤਾਨਪੁਰ ਲੋਧੀ, ਜਿਸ ਦੇ ਹਰੇਕ ਕਣ ਵਿੱਚ ਇਤਿਹਾਸ ਦੀ ਸੁਗੰਧ ਹੈ। ਚਲੋ ਹੁਣ ਚੱਲਦੇ ਹਾਂ 2000 ਸਾਲ ਪਹਿਲਾਂ ਦੀ ਉਸ ਇਤਿਹਾਸਕ ਯਾਤਰਾ ਤੇ। ਹਜ਼ਾਰਾਂ ਸਾਲ ਪਹਿਲਾਂ ਜਦੋਂ ਕਾਲੀ ਵੇਈਂ ਦੇ ਕੰਢੇ ਤੇ ਬਸਿਆ ਸੀ ਸਰਵਮਾਨਪੁਰ, ਇੱਕ ਅਜਿਹਾ ਨਗਰ ਜਿੱਥੇ ਧਿਆਨ, ਗਿਆਨ ਅਤੇ ਤਪੱਸਿਆ ਹਰ ਸਾਹ ਵਿੱਚ ਰਮੇ ਹੋਏ ਸਨ। ਇਸ ਜ਼ਮੀਨ ਦੀ ਖੁਸ਼ਬੂ ਵਿੱਚ ਸੂਖਮ ਆਵਾਜ਼ਾਂ ਗੂੰਜਦੀਆਂ ਸਨ। ਰਿਸ਼ੀ ਮੁਨੀ ਤਪਸਵੀ ਜੋ ਮਿੱਟੀ ਦੇ ਕੁੱਟਿਆਂ ਵਾਲੇ ਘਰਾਂ ਵਿੱਚ ਰਹਿੰਦੇ, ਗਊਆਂ ਦੀ ਸੰਭਾਲ, ਰੋਗਨਾਸ਼ਕ ਜੜੀਆਂ ਬੂਟੀਆਂ ਦੀ ਖੋਜ ਅਤੇ ਯੱਜਸ਼ਾਲਾਵਾਂ ਵਿੱਚ ਅੱਗ ਦੀ ਲੋ ਜਗਾਉਂਦੇ ਸਾਧੂਆਂ ਦੇ ਅਸਰਾਮ, ਧੂਪ ਦੀ ਸੁਗੰਧ ਤੇ ਸਰੋਵਰਾਂ ਦੇ ਕਿਨਾਰੇ ਚੁੱਪਚਾਪ ਬੈਠੇ ਮੁਨੀਆਂ ਦੀਆਂ ਗੂੰਜਦੀਆਂ ਮੰਤਰ ਧੁਨੀਆਂ। ਇਹ ਸੀ ਉਹ ਵੈਦਿਕ ਯੁੱਗ ਜਦੋਂ ਸਰਵਮਾਨਪੁਰ ਸਿਰਫ ਇੱਕ ਸ਼ਹਿਰ ਨਹੀਂ, ਪਰਮ ਗਿਆਨ ਦਾ ਜਿਉਂਦਾ ਧਾਮ ਸੀ। ਵੈਦਿਕ ਯੁੱਗ ਤੋਂ ਬਾਅਦ ਇਤਿਹਾਸ ਨੇ ਇੱਕ ਨਵਾਂ ਮੋੜ ਲਿਆ, ਜਦੋਂ ਭਾਰਤ ਵਿੱਚ ਸਮਰਾਟ ਅਸ਼ੋਕ ਦੀ ਧੁਨੀ ਵੱਜੀ। ਸਮਰਾਟ ਅਸ਼ੋਕ ਦੇ ਰਾਜ ਵਿੱਚ ਸਰਵਮਾਨਪੁਰ ਇੱਕ ਮਹਾਨ ਬੌਧ ਧਰਮਿਕ ਕੇਂਦਰ ਬਣ ਗਿਆ ਸੀ। ਇੱਥੇ ਬਣੇ ਵਿਸ਼ਾਲ ਬੌਧ ਮੱਠ, ਜਿੱਥੇ ਦੱਖਣ ਤੋਂ ਉੱਤਰ ਤੱਕ ਦੇ ਭਿੱਖੂ ਗਿਆਨ ਤੇ ਧਿਆਨ ਦੀ ਖੋਜ ਵਿੱਚ ਆਉਂਦੇ ਸਨ। ਚੁੱਪਚਾਪ ਬੈਠੇ ਭਿੱਖੂ ਪਾਮ ਪੱਤਿਆਂ ਤੇ ਸੂਤਰ ਲਿਖਦੇ ਤੇ ਅਸ਼ੋਕ ਦੇ ਸਤੰਭਾਂ ਤੇ ਬੁੱਧ ਜੀ ਦੇ ਉਪਦੇਸ਼ ਖੋਦੇ ਜਾਂਦੇ ਸਨ। ਕਹਿੰਦੇ ਨੇ ਇਹੀ ਉਹ ਧਰਤੀ ਸੀ ਜਿੱਥੇ ਬੌਧ ਧਰਮ ਦਾ ਮਹਾਨ ਧਾਰਮਿਕ ਗ੍ਰੰਥ ਅਭਿਨਵ ਪ੍ਰਸਤਾਦ ਵੀ ਲਿਖਿਆ ਗਿਆ ਸੀ। ਹਰ ਸ਼ਬਦ, ਹਰ ਸੂਤਰ ਇਸ ਮਿੱਟੀ ਦੀ ਖੁਸ਼ਬੂ ਨਾਲ ਰਚਿਆ ਗਿਆ। ਇਹ ਸੀ ਸਮਰਾਟ ਅਸ਼ੋਕ ਦਾ ਯੁੱਗ, ਜਦੋਂ ਸਰਵਮਾਨਪੁਰ ਸਿਰਫ ਇੱਕ ਨਗਰ ਨਹੀਂ, ਬਲਕਿ ਬੌਧ ਧਰਮ ਦੀ ਰੋਸ਼ਨੀ ਦਾ ਕੇਂਦਰ ਸੀ। ਇਤਿਹਾਸ ਦੇ ਪੰਨਿਆਂ ਵਿੱਚ ਜਦੋਂ ਵੀ ਕਿਸੇ ਨਗਰ ਨੂੰ ਲੁੱਟਿਆ ਜਾਂਦਾ ਹੈ, ਉਸ ਦੀ ਰਾਖ ਹੋਈ ਰੂਹ ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਜ਼ਰੂਰ ਆਉਂਦੀ ਹੈ। 11ਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਅਫਗਾਨ ਲੁਟੇਰਾ ਆਪਣੀ ਹਜ਼ਾਰਾਂ ਦੀ ਫੌਜ ਨਾਲ ਆਇਆ ਤੇ ਇਸ ਸ਼ਹਿਰ ਨੂੰ ਪੂਰੀ ਤਰ੍ਹਾਂ ਲੁੱਟ ਕੇ ਸਾੜ ਗਿਆ। ਮੰਦਰ, ਮੱਠ, ਘਰ ਸਭ ਰਾਖ ਹੋ ਗਏ। ਲੋਕਾਂ ਦੇ ਚਿਹਰਿਆਂ ਤੇ ਡਰ ਤੇ ਬੇਵਸੀ ਦੀ ਲਕੀਰ ਸੀ, ਪਰ ਇਹ ਰਾਖ ਹੋਇਆ ਨਗਰ ਮੁੜ ਜਿਉਣ ਲਈ ਮਜਬੂਰ ਸੀ। 12ਵੀਂ ਸਦੀ ਵਿੱਚ ਮੁਹੰਮਦ ਗੌਰੀ ਦੇ ਜਰਨੈਲ ਸੁਲਤਾਨ ਖਾਨ ਨੇ ਇਸ ਪੁਰਾਣੇ ਨਗਰ ਦੇ ਥੇ ਤੇ ਨਵਾਂ ਸ਼ਹਿਰ ਵਸਾਇਆ। ਉਸਨੇ ਆਪਣੇ ਨਾਮ ਤੇ ਇਸ ਨਵੇਂ ਸ਼ਹਿਰ ਦਾ ਨਾਮ ਰੱਖਿਆ ਸੁਲਤਾਨਪੁਰ। ਮੱਧਕਾਲ ਵਿੱਚ ਇਹ ਸ਼ਹਿਰ ਵਪਾਰ ਅਤੇ ਵਿਦਿਆ ਦਾ ਕੇਂਦਰ ਬਣ ਗਿਆ। ਇੱਥੇ 5200 ਦੁਕਾਨਾਂ ਦੀ ਲੰਬੀ ਕਤਾਰ ਸੀ। 32 ਮੰਡੀਆਂ ਲੱਗਦੀਆਂ ਸਨ, ਜਿੱਥੇ ਹਰ ਕਿਸਮ ਦਾ ਵਪਾਰ ਹੁੰਦਾ ਸੀ। ਸੋਨਾ, ਚਾਂਦੀ, ਕੱਪੜੇ, ਮਸਾਲੇ, ਹਥਿਆਰ, ਘੋੜੇ, ਹਾਥੀ ਤੇ ਦੂਰ ਦੂਰ ਤੋਂ ਆਏ ਵਪਾਰੀ ਇੱਥੇ ਆਪਣਾ ਮਾਲ ਵੇਚਣ ਆਉਂਦੇ। ਇਹ ਸ਼ਹਿਰ ਸਿਰਫ ਵਪਾਰ ਲਈ ਹੀ ਨਹੀਂ, ਵਿਦਿਅਕ ਕੇਂਦਰ ਵੀ ਸੀ। ਦੁੱਲਾ ਭੱਟੀ ਵਰਗੇ ਸੂਰਮੇ, ਦਾਰਾ ਸ਼ਿਕੋ ਤੇ ਔਰੰਗਜ਼ੇਬ ਵਰਗੇ ਮੁਗਲ ਸ਼ਹਿਜ਼ਾਦੇ ਇਥੋਂ ਸਿੱਖਿਆ ਪ੍ਰਾਪਤ ਕਰਕੇ ਗਏ। ਲਾਹੌਰ ਤੋਂ ਦਿੱਲੀ ਜਾਣ ਵਾਲਾ ਸ਼ਾਹੀ ਮਾਰਗ ਇਸੇ ਸ਼ਹਿਰ ਵਿੱਚੋਂ ਲੰਘਦਾ ਸੀ। ਇੱਥੇ ਇੱਕ ਹਜ਼ੀਰਾ ਵੀ ਬਣਾਇਆ ਗਿਆ ਸੀ।
ਅੱਜ ਕਰਨ ਵਾਲੇ ਯਾਤਰੀਆਂ ਦੀ ਸਹੂਲਤ ਲਈ। ਅੱਜ ਨੂੰ ਜਾਣ ਵਾਲੇ ਲੋਕ ਇੱਥੇ ਠਹਿਰਦੇ, ਇੱਥੋਂ ਰਾਹ ਲੈਂਦੇ ਤੇ ਦੁਨੀਆ ਭਰ ਦੀਆਂ ਖਬਰਾਂ, ਵਪਾਰ ਦੀਆਂ ਸੌਦੇਬਾਜ਼ੀਆਂ ਇੱਥੇ ਆ ਕੇ ਮਿਲਦੀਆਂ। ਬਾਗ ਬਗੀਚੇ, ਫੌਜ ਦੀਆਂ ਛਾਉਣੀਆਂ ਤੇ ਹਰ ਰੋਜ਼ ਦੀ ਲੱਗਣ ਵਾਲੀ ਮੰਡੀਆਂ, ਇਹ ਸਭ ਮਿਲ ਕੇ ਸੁਲਤਾਨਪੁਰ ਨੂੰ ਪੰਜਾਬ ਦਾ ਤਾਜ ਬਣਾਉਂਦੇ ਸਨ। ਇਹੀ ਉਹ ਦੌਰ ਸੀ ਜਦ ਲੋਧੀ ਵੰਸ਼ ਦੇ ਖਾਸ ਵਿਅਕਤੀ ਦੌਲਤ ਖਾਨ ਲੋਧੀ ਨੂੰ ਇਹ ਇਲਾਕਾ ਜਗੀਰ ਵਜੋਂ ਮਿਲਿਆ। ਉਹਦੇ ਰਾਜ ਵਿੱਚ ਇਸ ਸ਼ਹਿਰ ਸੁਲਤਾਨਪੁਰ ਨੇ ਰਾਜਧਾਨੀ ਵਰਗਾ ਦਰਜਾ ਪ੍ਰਾਪਤ ਕੀਤਾ। ਤਾਜ-ਕਾਜ ਦੇ ਸਾਰੇ ਕੰਮਕਾਰ, ਸਾਰੇ ਹੁਕਮ ਇੱਥੋਂ ਹੀ ਚੱਲਦੇ ਸਨ। ਇਹੀ ਉਹ ਸਮਾਂ ਸੀ ਜਦੋਂ ਇਸ ਸ਼ਹਿਰ ਨਾਲ ਗੁਰੂ ਨਾਨਕ ਦੇਵ ਜੀ ਦਾ ਅਟੁੱਟ ਸੰਬੰਧ ਬਣਿਆ। ਇਹ ਧਰਤੀ ਜਿਸ ਨੇ ਸਦੀਆਂ ਤੋਂ ਬੋਧ, ਵਪਾਰ ਅਤੇ ਰਾਜਨੀਤੀ ਦੇ ਪੈਰ ਦੇਖੇ, ਹੁਣ ਰੂਹਾਨੀ ਇਤਿਹਾਸ ਦੇ ਸਭ ਤੋਂ ਵੱਡੇ ਅਧਿਆਇ ਦੀ ਗਵਾਹ ਬਣਨ ਵਾਲੀ ਸੀ। ਇਹ ਧਰਤੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਰੂਹਾਨੀ ਯਾਤਰਾ ਦੀ ਸ਼ੁਰੂਆਤ ਕੀਤੀ। ਤਲਵੰਡੀ ਰਾਏ ਭੋਏ ਦੇ ਮਾਲਕ ਰਾਏ ਬੁਲਾਰ ਜੀ, ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਦੇ ਅਤ ਗੂੜੇ ਮਿੱਤਰ ਬੇਬੇ ਨਾਨਕੀ ਜੀ ਲਈ ਸੁਲਤਾਨਪੁਰ ਦੇ ਨਵਾਬ ਦੌਲਤ ਖਾਨ ਦੇ ਇੱਕ ਉੱਚ ਅਧਿਕਾਰੀ ਭਾਈ ਜੈਰਾਮ ਜੀ ਦਾ ਸੁਝਾਅ ਵੀ ਰਾਏ ਬੁਲਾਰ ਜੀ ਨੇ ਹੀ ਦਿੱਤਾ ਸੀ। ਇਸ ਰਿਸ਼ਤੇ ਨਾਲ ਗੁਰੂ ਨਾਨਕ ਦੇਵ ਜੀ ਦਾ ਸਿੱਧਾ ਨਾਤਾ ਸੁਲਤਾਨਪੁਰ ਲੋਧੀ ਨਾਲ ਜੁੜ ਗਿਆ। ਵਿਆਹ ਤੋਂ 1 ਮਹੀਨੇ ਬਾਅਦ ਗੁਰੂ ਜੀ ਪਹਿਲੀ ਵਾਰ ਵੱਡੀ ਭੈਣ ਨੂੰ ਲੈਣ ਸੁਲਤਾਨਪੁਰ ਪਹੁੰਚੇ। ਭਾਈ ਜੈਰਾਮ ਜੀ ਜਦ ਤਲਵੰਡੀ ਆਏ ਤਾਂ ਰਾਏ ਬੁਲਾਰ ਜੀ ਨੇ ਪ੍ਰੇਰਨਾ ਕੀਤੀ, ਨਾਨਕ ਨੂੰ ਨਵਾਬ ਕੋਲ ਨੌਕਰੀ ਤੇ ਲਵਾ ਦੇਣਾ ਚਾਹੀਦਾ ਹੈ। ਸੁਲਤਾਨਪੁਰ ਪਹੁੰਚ ਕੇ ਭਾਈ ਜੈਰਾਮ ਜੀ ਨੇ ਆਪਣੇ ਪਿਤਾ ਬਾਬਾ ਪਰਮਾਨੰਦ ਜੀ ਦੀ ਮਦਦ ਨਾਲ ਨਵਾਬ ਦੌਲਤ ਖਾਨ ਨਾਲ ਗੱਲ ਪੱਕੀ ਕੀਤੀ ਤੇ ਗੁਰੂ ਜੀ ਨੂੰ ਬੁਲਾ ਲਿਆ। ਪਹਿਲੀ ਮੁਲਾਕਾਤ 'ਚ ਹੀ ਨਵਾਬ ਗੁਰੂ ਜੀ ਦੀ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਮੋਦੀ ਖਾਨੇ ਦਾ ਸਾਰਾ ਕੰਮ ਉਹਨਾਂ ਦੇ ਸਪੁਰਦ ਕਰ ਦਿੱਤਾ। ਗੁਰੂ ਜੀ ਉਸ ਦੌਰਾਨ ਬੇਬੇ ਨਾਨਕੀ ਦੇ ਘਰ ਰਹਿੰਦੇ। ਭਾਈ ਬਾਲਾ ਜੀ ਸੇਵਾ 'ਚ ਭਾਈ ਮਰਦਾਨਾ ਜੀ ਕਦੇ-ਕਦੇ ਮਿਲਣ ਆਉਂਦੇ। ਤੁਰ ਕੇ ਬੇਈ ਦੇ ਕੰਢੇ ਸੰਤ ਘਾਟ ਪਹੁੰਚਦੇ। ਇਸ਼ਨਾਨ ਤੇ ਧਿਆਨ ਦੇ ਬਾਅਦ ਘਰ ਆ ਕੇ ਪ੍ਰਸ਼ਾਦਾ ਛਕਦੇ। ਫਿਰ ਮੋਦੀ ਖਾਨੇ ਗੁਰਦੁਆਰਾ ਹਟ ਸਾਹਿਬ ਵਾਲੇ ਸਥਾਨ ਤੇ ਪਹੁੰਚ ਕੇ ਕਿਰਤ ਕਰਦੇ। ਦੁਪਹਿਰ ਤੱਕ ਸਰਕਾਰੀ ਕੰਮ ਮੁਕਾ ਕੇ ਬਾਕੀ ਸਮਾਂ ਉਹ ਲੋੜਵੰਦਾਂ, ਦੁਖੀਆਂ ਅਤੇ ਰੂਹਾਨੀ ਖੋਜੀਆਂ ਲਈ ਸਮਰਪਿਤ ਕਰਦੇ। ਆਪਣੀ ਕਮਾਈ ਦਾ ਵੱਡਾ ਹਿੱਸਾ ਗਰੀਬਾਂ ਵਿੱਚ ਵੰਡ ਦਿੰਦੇ। ਆਪਣੇ ਲਈ ਕਦੇ ਧਨ ਨਹੀਂ ਜੋੜਿਆ। ਪਹਿਲੀ ਵਾਰ ਜਦੋਂ ਲੇਖਾ ਹੋਇਆ 131 ਰੁਪਏ ਵੱਧ ਨਿਕਲੇ। 1.5 ਸਾਲ ਬਾਅਦ ਲੇਖਾ ਹੋਇਆ ਤਾਂ 321 ਰੁਪਏ ਵੱਧ ਨਿਕਲੇ। ਦੂਜੀ ਵਾਰ ਦੇ ਲੇਖੇ ਦੌਰਾਨ ਗੁਰੂ ਸਾਹਿਬ ਨੂੰ 5 ਦਿਨਾਂ ਲਈ ਕੋਠਰੀ ਸਾਹਿਬ 'ਚ ਨਜ਼ਰਬੰਦ ਰੱਖਿਆ ਗਿਆ, ਪਰ ਉਹ ਸ਼ਾਂਤ ਰਹੇ ਕਿਉਂਕਿ ਉਹਨਾਂ ਲਈ ਸਭ ਕੁਝ ਸਿਰਫ ਤੇਰਾ ਸੀ। ਬੇਬੇ ਨਾਨਕੀ ਜੀ ਦੇ ਸਹੁਰਾ ਬਾਬਾ ਪਰਮਾਨੰਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਲਈ ਰਿਸ਼ਤਾ ਜੋੜਿਆ ਬਟਾਲਾ ਨਿਵਾਸੀ ਮੂਲ ਚੰਦ ਜੀ ਦੀ ਧੀ ਬੀਬੀ ਸੁਲੱਖਣੀ ਜੀ ਨਾਲ। ਵਿਆਹ ਤੋਂ ਬਾਅਦ ਗੁਰੂ ਜੀ ਦੀ ਰਿਹਾਇਸ਼ ਲਈ ਨਵਾਂ ਮਕਾਨ ਉਸਾਰਿਆ ਗਿਆ, ਉਹੀ ਥਾਂ ਜਿੱਥੇ ਅੱਜ ਗੁਰਦੁਆਰਾ ਗੁਰੂ ਕਾ ਬਾਗ ਸਥਿਤ ਹੈ। ਪਰ ਵਿਆਹ ਹੋਣ ਉਪਰੰਤ ਵੀ ਗੁਰੂ ਜੀ ਦੀ ਬਿਰਤੀ ਨਿਰੰਕਾਰੀ ਹੀ ਰਹੀ। ਗ੍ਰਸਥ ਵਿੱਚ ਰਹਿ ਕੇ ਵੀ ਨਿਰਲੇਪ, ਅਡੋਲ। ਸੰਸਾਰਕ ਜੀਵਨ ਦੇ ਉਤਰਾ ਚੜਾ ਉਹਨਾਂ ਦੀ ਰੂਹਾਨੀ ਤਾਰਾ ਨੂੰ ਕਦੇ ਡਗਮਗਾ ਨਾ ਸਕੇ। ਇਸ ਗ੍ਰਹਿਸਥ ਵਿੱਚ 1494 ਨੂੰ ਬਾਬਾ ਸ਼੍ਰੀ ਚੰਦ ਜੀ ਅਤੇ 1497 ਨੂੰ ਬਾਬਾ ਲਖਮੀ ਦਾਸ ਜੀ ਨੇ ਜਨਮ ਲਿਆ। ਸਥਾਨਕ ਰਵਾਇਤਾਂ ਦੱਸਦੀਆਂ ਹਨ ਗੁਰੂ ਜੀ ਨੇ ਗੁਰਦੁਆਰਾ ਬੇਰ ਸਾਹਿਬ ਵਾਲੇ ਅਸਥਾਨ ਤੇ 14 ਸਾਲ 9 ਮਹੀਨੇ 13 ਦਿਨ ਰੋਜ਼ ਅੰਮ੍ਰਿਤ ਵੇਲੇ ਬੇਈ ਦੇ ਕੰਢੇ ਇਸ਼ਨਾਨ ਕੀਤਾ, ਧਿਆਨ ਵਿੱਚ ਲੀਨ ਰਹੇ। ਇਸ ਦੌਰਾਨ ਅਨੇਕਾਂ ਰੂਹਾਂ ਨੇ ਉਹਨਾਂ ਪਾਸੋਂ ਨੂਰ ਹਾਸਲ ਕੀਤਾ, ਜਿਨ੍ਹਾਂ ਵਿੱਚੋਂ ਮਲਸੀਹਾਂ ਦੇ ਭਾਈ ਭਗੀਰਥ ਜੀ ਅਤੇ ਲਾਹੌਰ ਦੇ ਭਾਈ ਮਨਸੁਖ ਜੀ ਇਤਿਹਾਸ ਦੇ ਸਫ਼ਿਆਂ ਤੇ ਹਮੇਸ਼ਾ ਲਈ ਦਰਜ ਹੋ ਗਏ। ਇੱਕ ਦਿਨ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਜੀ ਇਸ਼ਨਾਨ ਲਈ ਬੇਈ ਦੇ ਕੰਢੇ ਪਹੁੰਚੇ। ਸੇਵਕ ਨੂੰ ਕੱਪੜੇ ਪਕੜਾ ਕੇ ਦਰਿਆ ਦੇ ਠੰਡੇ ਪਾਣੀ ਵਿੱਚ ਚੁੱਭੀ ਮਾਰੀ, ਪਰ ਉਹ ਵਾਪਸ ਬਾਹਰ ਨਾ ਆਏ। ਸਮਾਂ ਲੰਘਦਾ ਗਿਆ। ਘਬਰਾਏ ਹੋਏ ਸੇਵਾਦਾਰ ਨੇ ਘਰ ਤੇ ਨਵਾਬ ਨੂੰ ਖਬਰ ਦਿੱਤੀ। ਬੇਬੇ ਨਾਨਕੀ ਜੀ ਤੋਂ ਬਿਨਾਂ ਹਰੇਕ ਦੇ ਦਿਲ ਵਿੱਚ ਘਬਰਾਹਟ ਛਾ ਗਈ। ਨਵਾਬ ਨੇ ਗੁਰੂ ਜੀ ਨੂੰ ਡੁੱਬਿਆ ਜਾਣ ਕੇ ਸਰੀਰ ਦੀ ਭਾਲ ਕਰਵਾਈ, ਪਰ ਸਰੀਰ ਕਿਤੇ ਨਾ ਮਿਲਿਆ।
2 ਦਿਨ ਬੀਤ ਗਏ। ਤੀਜੇ ਦਿਨ ਕਿਸੇ ਨੇ ਉਜਾੜ ਬਿਆਬਾਨ ਵਿੱਚ ਗੁਰਦੁਆਰਾ ਸੰਤ ਕਾਟ ਸਾਹਿਬ ਦੇ ਸਥਾਨ ਤੇ ਗੁਰੂ ਜੀ ਦੇ ਦਰਸ਼ਨ ਕੀਤੇ। ਉਸ ਵੇਲੇ ਗੁਰੂ ਜੀ ਪਰਮਾਤਮਾ ਵੱਲੋਂ ਸਾਰੀ ਮਾਨਵਤਾ ਦੇ ਕਲਿਆਣ ਦਾ ਸੁਨੇਹਾ ਲੈ ਕੇ ਪ੍ਰਗਟ ਹੋਏ। ਉਹਨਾਂ ਦੇ ਦਰਸ਼ਨਾਂ ਵਿੱਚੋਂ ਨਿਰੰਕਾਰੀ ਜਲਾਲ ਪ੍ਰਤੱਖ ਸੀ। ਲੋਕ ਹੈਰਾਨ ਚੁੱਪਚਾਪ ਉਹਨਾਂ ਦੀ ਆਤਮਿਕ ਚਮਕ ਵਿੱਚ ਨਿਹਾਰਦੇ ਰਹੇ। ਇੱਥੇ ਹੀ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ, ਜੋ ਸਾਰੀ ਗੁਰਬਾਣੀ ਦਾ ਮੂਲ ਹੈ, ਜਿੱਥੇ ਗੁਰਮਤ ਦੇ ਸਾਰੇ ਸਿਧਾਂਤ ਤੇ ਫਲਸਫੇ ਸਮਾਏ ਹਨ। ਇਹੀ ਉਹ ਸਮਾਂ ਸੀ ਜਦ ਗੁਰੂ ਜੀ ਨੇ ਪ੍ਰਮਾਤਮਾ ਦਾ ਹੁਕਮ ਪ੍ਰਾਪਤ ਕੀਤਾ, ਸੰਸਾਰ ਵਿੱਚ ਭ੍ਰਮਣ ਕਰਨ ਦਾ, ਜਗਤ ਦੇ ਜਲਦੇ ਦਿਲਾਂ ਨੂੰ ਨਾਮ ਦੀ ਠੰਡਕ ਬਖਸ਼ਣ ਦਾ ਅਤੇ ਆਤਮਿਕ ਜੀਵਨ ਦੇਣ ਲਈ ਉਦਾਸੀਆਂ ਸ਼ੁਰੂ ਕਰਨ ਦਾ। ਇਸੇ ਕਰਕੇ ਉਹਨਾਂ ਨੇ ਨਵਾਬ ਦੇ ਮੋਦੀਖਾਨੇ ਦੀ ਨੌਕਰੀ ਤਿਆਗ ਦਿੱਤੀ। ਪਰਿਵਾਰ ਨੇ ਗੁਰੂ ਜੀ ਨੂੰ ਵਾਪਸ ਗ੍ਰਹਿਸਥ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਲਈ ਪੰਡਿਤ ਸ਼ਿਆਮਾ ਨੂੰ ਸਮਝਾਉਣ ਲਈ ਭੇਜਿਆ ਗਿਆ। ਉਹਨੇ ਗ੍ਰਹਿਸਥ ਆਸ਼ਰਮ ਦੀ ਮਰਿਆਦਾ ਦਾ ਹਵਾਲਾ ਦਿੱਤਾ, ਪਰ ਗੁਰੂ ਜੀ ਦੇ ਇਲਾਹੀ ਬਚਨ ਸੁਣ ਕੇ ਉਹ ਵੀ ਗੁਰੂ ਜੀ ਦਾ ਮੁਰੀਦ ਹੋ ਗਿਆ। ਤਤਕਾਲੀ ਸਮਾਜ ਦੀਆਂ ਮਨੌਤਾਂ ਅਨੁਸਾਰ ਕੁਝ ਲੋਕਾਂ ਨੇ ਸੋਚਿਆ ਕਿ ਗੁਰੂ ਜੀ ਤੇ ਕੋਈ ਭੂਤ ਪ੍ਰੇਤ ਜਾਂ ਜਿੰਨ ਦਾ ਸਾਇਆ ਹੈ। ਨਵਾਬ ਨੇ ਸਲਾਹ ਮੰਨ ਕੇ ਇੱਕ ਤਾਂਤਰਿਕ ਮੌਲਵੀ ਨੂੰ ਭੇਜਿਆ, ਪਰ ਜਦ ਉਹ ਗੁਰੂ ਸਾਹਿਬ ਦੇ ਸਾਹਮਣੇ ਆਇਆ, ਉਹ ਬੇਵਸ ਹੋ ਗਿਆ। ਚਰਨਾਂ 'ਚ ਡਿੱਗ ਕੇ ਮੁਆਫੀ ਮੰਗੀ ਤੇ ਗੁਰੂ ਜੀ ਦਾ ਭਗਤ ਬਣ ਗਿਆ। ਨਾ ਕੋ ਹਿੰਦੂ ਨਾ ਮੁਸਲਮਾਨ, ਇਹ ਸਾਂਝੀ ਵਾਲਤਾ ਦਾ ਪਵਿੱਤਰ ਨਾਰਾ ਕਈਆਂ ਦੇ ਦਿਲਾਂ ਨੂੰ ਛੂ ਗਿਆ, ਪਰ ਕੁਝ ਤੰਗ ਦਿਲਾਂ ਨੂੰ ਚੁੱਭ ਗਿਆ। ਸ਼ਾਹੀ ਇਮਾਮ ਨੇ ਨਵਾਬ ਕੋਲ ਸ਼ਿਕਾਇਤ ਕੀਤੀ। ਉਹਨੂੰ ਉਕਸਾ ਕੇ ਗੁਰੂ ਸਾਹਿਬ ਨੂੰ ਸਾਂਝੀ ਵਾਲਤਾ ਦਾ ਪ੍ਰਮਾਣ ਦੇਣ ਲਈ ਨਮਾਜ਼ ਪੜ੍ਹਨ ਦਾ ਬੁਲਾਵਾ ਭੇਜਿਆ। ਗੁਰੂ ਜੀ ਨੇ ਸੱਦਾ ਪ੍ਰਵਾਨ ਕੀਤਾ ਅਤੇ ਕਿਲੇ ਦੇ ਅੰਦਰ ਸ਼ਾਹੀ ਮਸਜਿਦ ਵਿੱਚ ਨਮਾਜ਼ੀਆਂ ਦੇ ਨਾਲ ਖੜੇ ਹੋ ਗਏ। ਜਦ ਸਭ ਨੇ ਸਿਜਦੇ ਕੀਤੇ, ਗੁਰੂ ਸਾਹਿਬ ਸਿੱਧੇ ਖੜੇ ਮੁਸਕਰਾਉਂਦੇ ਰਹੇ। ਨਵਾਬ ਅਤੇ ਕਾਜ਼ੀ ਗੁੱਸੇ ਵਿੱਚ ਪੁੱਛਣ ਲੱਗੇ, ਨਮਾਜ਼ ਕਿਉਂ ਨਹੀਂ ਪੜ੍ਹੀ? ਗੁਰੂ ਜੀ ਨੇ ਸ਼ਾਂਤ ਆਵਾਜ਼ ਵਿੱਚ ਜਵਾਬ ਦਿੱਤਾ, ਤੁਸੀਂ ਵੀ ਕੇਵਲ ਸਰੀਰਕ ਹਰਕਤ ਕੀਤੀ ਹੈ, ਨਮਾਜ਼ ਵਿੱਚ ਤੁਹਾਡਾ ਮਨ ਨਹੀਂ ਸੀ। ਨਵਾਬ ਦਾ ਮਨ ਸਿਜਦੇ ਵੇਲੇ ਕੰਧਾਰ ਵਿੱਚ ਸੀ ਅਤੇ ਕਾਜ਼ੀ ਦਾ ਮਨ ਆਪਣੇ ਘਰ ਵਿੱਚ। ਇਹ ਸੁਣ ਕੇ ਸਾਰੇ ਗੁਰੂ ਸਾਹਿਬ ਦੇ ਅੱਗੇ ਝੁਕ ਗਏ। ਉਹਨਾਂ ਨੂੰ ਅੰਤਰਜਾਮੀ ਸਰਬ ਗਿਆਤਾ ਰੱਬ ਦੇ ਪੈਗੰਬਰ ਵਜੋਂ ਮੰਨ ਲਿਆ। ਨਵਾਬ ਦੌਲਤ ਖਾਂ ਸ਼ਰਧਾਲੂ ਬਣ ਕੇ ਬੇਨਤੀ ਕਰਨ ਲੱਗਾ, ਸੁਲਤਾਨਪੁਰ ਲੋਧੀ ਵਿੱਚ ਹੀ ਰਹੋ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਰਾ ਸੰਸਾਰ ਹੀ ਆਪਣਾ ਪਰਿਵਾਰ ਮੰਨ ਲਿਆ ਸੀ। ਉਹਨਾਂ ਨੇ ਪ੍ਰਚਾਰ ਫੇਰੀਆਂ, ਪਹਿਲੀਆਂ ਉਦਾਸੀਆਂ ਸ਼ੁਰੂ ਕਰਨ ਦਾ ਫੈਸਲਾ ਕੀਤਾ। ਭਾਈ ਮਰਦਾਨਾ ਜੀ ਨੂੰ ਭੇਜਿਆ ਗਿਆ। ਨਜ਼ਦੀਕੀ ਪਿੰਡ ਪਰਵਾਣਾ ਵਿੱਚ ਫਰੈਦਾ ਨਾਮੀ ਰਬਾਬੀ ਪਾਸੋਂ ਰਬਾਬ ਮੰਗਵਾਈ ਅਤੇ ਜਗਤ ਦੇ ਜਲਦੇ ਦਿਲਾਂ ਨੂੰ ਤਾਰਨ ਵਾਸਤੇ ਪਹਿਲੀ ਉਦਾਸੀ ਲਈ ਤੁਰ ਪਏ। ਪਹਿਲੀ ਉਦਾਸੀ ਤੋਂ ਵਾਪਸੀ 1518 ਵਿੱਚ ਬੇਬੇ ਨਾਨਕੀ ਜੀ ਦੀ ਪੁਕਾਰ ਸੁਣ ਕੇ ਸੁਲਤਾਨਪੁਰ ਲੋਧੀ ਆਏ। ਇਸੇ ਸਮੇਂ ਗੁਰੂ ਜੀ ਦੀ ਹਜ਼ੂਰੀ ਵਿੱਚ ਹੀ ਬੇਬੇ ਨਾਨਕੀ ਜੀ ਨੇ ਸਰੀਰਕ ਚੋਲਾ ਤਿਆਗ ਦਿੱਤਾ। 4 ਦਿਨ ਬਾਅਦ ਭਾਈ ਜਰਾਮ ਜੀ ਵੀ ਚਲੇ ਗਏ। ਦੋਹਾਂ ਦਾ ਸੰਸਕਾਰ ਸਤਿਗੁਰੂ ਜੀ ਨੇ ਆਪਣੇ ਹੱਥੀਂ ਕੀਤਾ। ਇਹ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਵਿੱਚ ਆਖਰੀ ਇਤਿਹਾਸਕ ਫੇਰਾ ਸੀ। ਫਿਰ 1604 ਵਿੱਚ ਗੁਰੂ ਅਰਜਨ ਦੇਵ ਜੀ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਲਈ ਡੱਲੇ ਨਗਰ ਜਾਂਦੇ ਹੋਏ ਸੁਲਤਾਨਪੁਰ ਲੋਧੀ ਵਿੱਚੋਂ ਲੰਘੇ। ਸੰਗਤ ਦੀ ਬੇਨਤੀ ਤੇ ਇੱਕ ਰਾਤ ਉੱਥੇ ਟਿਕੇ। ਜਿੱਥੇ ਬਰਾਤ ਸਮੇਤ ਰਾਤ ਗੁਜ਼ਾਰੀ, ਉਸ ਦੀ ਯਾਦ ਵਿੱਚ ਅੱਜ ਵੀ ਗੁਰਦੁਆਰਾ ਸਹਿਰਾ ਸਾਹਿਬ ਖੜਾ ਹੈ। ਸਮਾਂ ਬਦਲਿਆ ਅਤੇ ਮੁਗਲ ਕਾਲ ਦੌਰਾਨ ਸੁਲਤਾਨਪੁਰ ਲੋਧੀ ਦੀ ਮਹਾਨਤਾ ਹੌਲੇ-ਹੌਲੇ ਮੰਦਰ ਹੋ ਗਈ। ਰਾਜਨੀਤਿਕ ਸੱਤਾ ਹੁਣ ਜਲੰਧਰ ਨੂੰ ਮਿਲਣ ਲੱਗੀ। ਦੁਆਬਾ ਬਿਸਤ ਦੀ ਰਾਜਧਾਨੀ ਸੁਲਤਾਨਪੁਰ ਦੀ ਬਜਾਏ ਜਲੰਧਰ ਬਣ ਗਈ। 1734 ਈਸਵੀ ਨਾਦਰ ਸ਼ਾਹ ਦਾ ਹਮਲਾ, ਸੁਲਤਾਨਪੁਰ ਲੁੱਟਿਆ ਗਿਆ ਤੇ ਬਰਬਾਦ ਹੋ ਕੇ ਖੰਡਰਾ ਵਿੱਚ ਤਬਦੀਲ ਹੋ ਗਿਆ। ਫਿਰ ਅਹਿਮਦ ਸ਼ਾਹ ਅਬਦਾਲੀ ਦੇ ਕਈ ਹਮਲੇ ਅਤੇ ਸ਼ਹਿਰ ਨੂੰ ਸਾੜ ਕੇ ਸਵਾਦ ਦਾ ਢੇਰ ਬਣਾ ਦਿੱਤਾ ਗਿਆ। ਪਰ ਮਿਸਲਾਂ ਦੇ ਸਮੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਇਸ ਇਲਾਕੇ 'ਚ ਆਪਣੀ ਰਿਆਸਤ ਕਾਇਮ ਕਰਕੇ ਇਸ ਨਗਰ ਨੂੰ ਮੁੜ ਆਬਾਦ ਕੀਤਾ। ਰੌਣਕ ਵਾਪਸ ਤਾਂ ਆਈ, ਪਰ ਪਹਿਲਾਂ ਵਰਗੀ ਨਹੀਂ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਤ ਤੋਂ ਬਾਅਦ ਅੰਗਰੇਜ਼ੀ ਹਕੂਮਤ ਆਈ ਅਤੇ ਸੁਲਤਾਨਪੁਰ ਲੋਧੀ ਕਪੂਰਥਲਾ ਰਿਆਸਤ ਵਿੱਚ ਰਿਹਾ। ਸ਼ਹਿਰ ਸ਼ਾਂਤੀ ਨਾਲ ਵਸਦਾ ਰਿਹਾ, ਸਿਰਫ ਇੱਕ ਘਟਨਾ ਛੱਡ ਕੇ।
ਤਾਜ਼ੀਆਂ ਕੱਢਣ ਵੇਲੇ ਪੀਪਲ ਦੇ ਦਰਖਤ ਦਾ ਕੁਝ ਹਿੱਸਾ ਕੱਟਣ ਦੇ ਵਿਵਾਦ ਨੇ ਹਿੰਦੂ ਮੁਸਲਮਾਨ ਤਣਾਅ ਪੈਦਾ ਕੀਤਾ, ਜਿਸ ਨੂੰ ਅੰਗਰੇਜ਼ ਅਫਸਰਾਂ ਨੇ ਸ਼ਾਂਤ ਕਰ ਦਿੱਤਾ। 1948 ਈਸਵੀ ਵਿੱਚ ਰਿਆਸਤਾਂ ਟੁੱਟ ਗਈਆਂ ਅਤੇ ਕਪੂਰਥਲਾ ਪੰਜਾਬ ਦਾ ਇੱਕ ਜ਼ਿਲ੍ਹਾ ਬਣਿਆ। ਸੁਲਤਾਨਪੁਰ ਲੋਧੀ, ਇੱਕ ਸ਼ਹਿਰ ਜੋ ਸਿਰਫ ਇਤਿਹਾਸ ਦੀਆਂ ਕਿਤਾਬਾਂ ਦਾ ਸਫ਼ਾ ਨਹੀਂ, ਪਰ ਰੂਹਾਨੀ ਰੋਸ਼ਨੀ ਦਾ ਉਹ ਚਿਰਾਗ ਹੈ ਜੋ ਸਦੀਆਂ ਤੋਂ ਜਲਦਾ ਆ ਰਿਹਾ ਹੈ। ਇੱਥੇ ਗੁਰੂ ਨਾਨਕ ਸਾਹਿਬ ਦੇ ਕਦਮਾਂ ਦੀ ਮਿੱਟੀ ਅਜੇ ਵੀ ਸ਼ਰਧਾਲੂਆਂ ਦੀਆਂ ਅੱਖਾਂ ਨੂੰ ਠੰਡਕ ਪਾਉਂਦੀ ਹੈ। ਵੇਈਂ ਦੇ ਕੰਢੇ ਤੇ ਗੂੰਜਦੇ ਸ਼ਬਦ ਅਜੇ ਵੀ ਆਤਮਾ ਦੇ ਦਰਵਾਜ਼ੇ ਖੋਲ੍ਹਦੇ ਹਨ। ਨਾ ਕੋ ਹਿੰਦੂ, ਨਾ ਕੋ ਮੁਸਲਮਾਨ,